ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਦੀ 2 ਵਾਰ ਜਿਹੜਾ ਚਿੱਠੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਦੇ ਉੱਤੇ ਲਿਖੀ ਗਈ, ਜਿਸ ਦੇ ਵਿੱਚ ਲਗਾਤਾਰ ਇਹ ਜ਼ਿਕਰ ਕੀਤਾ ਗਿਆ ਕਿ 12 ਸਾਲ ਪਹਿਲਾਂ ਜੋ ਅਪੀਲ ਪਾਈ ਗਈ ਸੀ ਉਸ ਅਪੀਲ ਨੂੰ ਹੁਣ ਵਾਪਸ ਲੈ ਲਿਆ ਜਾਵੇ। ਤਾਂ ਦੱਸਿए ਕਿ ਇਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਦੀ ਜਿਹੜਾ ਹੈ ਜਦੋਂ ਸੰਬੋਧਨ ਕੀਤਾ ਗਿਆ ਸੀ ਬੰਦੀ ਛੋੜ ਦਿਵਸ ਦੇ ਉੱਤੇ, ਤਾਂ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ 15 ਦਿਨ ਦੇ ਵਿੱਚ ਗੱਲਬਾਤ ਜਿਹੜੀ ਉਹ ਕੇਂਦਰ ਦੇ ਨਾਲ ਕੀਤੀ ਜਾਵੇ। ਤਾਂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਦੀ ਹੁਕਮ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ। ਜਥੇਦਾਰ ਦੇ ਵੱਲੋਂ ਦੀ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ਹੁਕਮ ਜਾਰੀ ਕੀਤੇ ਗਏ ਨੇ। ਰਾਜੋਆਣਾ ਸੰਬੰਧੀ ਪਟੀਸ਼ਨ ਦਾ ਨਿਪਟਾਰਾ ਜਿਹੜਾ ਹੈ ਉਹ ਕਰਵਾਇਆ ਜਾਵੇ, ਇਹ ਹੁਕਮ ਜਥੇਦਾਰ ਨੇ ਦਿੱਤੇ ਨੇ। ਇਸ ਦੇ ਨਾਲ ਹੀ ਦੱਸਿए कि 15 ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਵੱਲੋਂ ਦੀ 15 ਦਿਨਾਂ ਦੇ ਵਿੱਚ ਇਸ ਦੀ ਰਿਪੋਰਟ ਵੀ ਜਿਹੜੀ ਹੈ ਉਹ ਮੰਗੀ ਗਈ ਹੈ। ਤਾਂ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਪੈਰਵਾਈ ਕਰਨ, ਇਹ ਜਥੇਦਾਰ ਦਾ ਕਹਿਣਾ ਹੈ। ਔਰ ਰਾਜੋਆਣਾ 8 ਫੁੱਟ ਦੀ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਨੇ, ਇਹ ਵੀ ਜਥੇਦਾਰ ਦੇ ਵੱਲੋਂ ਦੀ ਜ਼ਿਕਰ ਕੀਤਾ ਗਿਆ। 11 ਸਾਲਾਂ ਤੋਂ ਫੈਸਲੇ ਦੀ ਉਡੀਕ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਰਾਜੋਆਣਾ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਇਸ ਦਾ ਜ਼ਿਕਰ ਵੀ ਰਾਜੋਆਣਾ ਦੇ ਉੱਤੇ ਜਿਹੜਾ ਹੈ ਬਿਆਨ ਦਿੰਦੇ ਹੋਏ ਜਥੇਦਾਰ ਦੇ ਵੱਲੋਂ ਦੀ ਕੀਤਾ ਗਿਆ ਹੈ। ਤਾਂ ਰਾਜੋਆਣਾ ਦਾ ਮਸਲਾ ਜਿਹੜਾ ਹੈ ਉਹ ਕੌਮੀ ਮੁੱਦਾ ਹੈ, ਇਸ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ। ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਹੈ ਦੱਸ ਦਈਏ ਕਿ ਲੰਬੇ ਸਮੇਂ ਤੋਂ ਲਟਕਿਆ ਆ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਦੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ। ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਦੇ ਉੱਤੇ ਜਲਦ ਫੈਸਲਾ ਲੈਣ ਦੀ ਅਪੀਲ ਜਿਹੜੀ ਹੈ ਕੀਤੀ ਜਾ ਰਹੀ ਹੈ, ਕਿਉਂਕਿ ਲੰਬਾ ਸਮਾਂ ਹੋ ਚੁੱਕਿਆ ਹੈ ਔਰ ਲਗਾਤਾਰ ਜਿਹੜਾ ਹੈ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ, ਪਰ ਰਿਹਾਈ ਉਹਨਾਂ ਦੀ ਨਹੀਂ ਕੀਤੀ ਜਾ ਰਹੀ। ਉਸ ਨੂੰ ਲੈ ਕੇ ਇਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ। ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਦੀ ਇਸ ਤੇ ਹੁਕਮ ਦਿੱਤੇ ਗਏ ਸੀ ਦਿੱਲੀ ਕਮੇਟੀ ਨੂੰ ਕਿ ਕੇਂਦਰ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕੀਤੀ ਜਾਵੇ ਅਤੇ ਹੁਕਮ ਜਿਹੜਾ ਹੈ ਇਸ ਦਾ ਦਿੱਤਾ ਗਿਆ ਸੀਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਵੱਲੋਂ ਦੀ। ਤਾਂ ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ, ਜਿੱਥੇ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਦੀ ਇਸ ਮਸਲੇ ਦੇ ਉੱਤੇ ਕੇਂਦਰ ਨੂੰ ਜਿਹੜਾ ਹੈ ਉਹ ਚਿੱਠੀ ਲਿਖੀ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਜਾਂਦੀ ਹੈ ਔਰ ਇਸ ਦੇ ਉੱਤੇ ਜਲਦ ਫੈਸਲਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ। ਤਾਂ ਦੂਸਰੇ ਪਾਸੇ ਬਲਵੰਤ ਸਿੰਘ ਰਾਜੋਆਣਾ ਦੀ ਜੇ ਗੱਲ ਕੀਤੀ ਜਾਵੇ ਤਾਂ ਉਸ ਮਸਲੇ ਦੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਿੱਧੇ ਤੌਰ ਦੇ ਉੱਤੇ ਜਿਹੜੇ ਹੁਕਮ ਨੇ ਉਹ ਜਾਰੀ ਕੀਤੇ ਨੇ ਕਿ ਇਸ ਮਸਲੇ ਦੇ ਉੱਤੇ ਫੈਸਲਾ ਜਲਦ ਜਿਹੜਾ ਹੋਵੇ, ਇਸ ਦੀ ਨਿਪਟਾਰਾ ਜਿਹੜਾ ਹੈ ਛੇਤੀ ਹੋਵੇ ਔਰ 15 ਦਿਨਾਂ ਦੇ ਵਿੱਚ ਰਿਪੋਰਟ ਦੀ ਮੰਗ ਵੀ ਕੀਤੀ ਹੈ, ਕਿਉਂਕਿ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਦੀ 20 ਦਿਨ ਆਪਣੀ ਭੁੱਖ ਹੜਤਾਲ ਜਿਹੜੀ ਹੈ ਅੱਗੇ ਵਧਾਈ ਗਈ ਹੈ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਜੇ ਅਪੀਲ ਵਾਪਸ ਨਹੀਂ ਲਈ ਗਈ ਤਾਂ ਭੁੱਖ ਹੜਤਾਲ ਤੇ ਬੈਠਣਗੇ। ਤਾਂ 20 ਦਿਨ ਦਾ ਸਮਾਂ ਜਿਹੜਾ ਹੈ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਦੀ ਅੱਗੇ ਪਾ ਦਿੱਤਾ ਜਾਂਦਾ ਹੈ ਔਰ 15 ਦਿਨਾਂ ਦੇ ਵਿੱਚ ਹੁਣ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦੀ ਰਿਪੋਰਟ ਦੀ ਮੰਗ ਜਿਹੜੀ ਹੈ ਇਸ ਮਸਲੇ ਦੇ ਵਿੱਚ ਕੀਤੀ ਗਈ ਹੈ ਐਸਜੀਪੀਸੀ ਤੋਂ। ਤੋਂ ਪਹਿਲਾ ਕੰਮ ਇਹ ਕੀਤਾ, ਆਪ ਜੀ ਦਾ ਆਦੇਸ਼ ਹੁੰਦੇ ਹੀ ਅਸੀਂ ਅੱਜ ਦਫ਼ਤਰ ਖੁੱਲਦੇ ਹੀ ਪਹਿਲੇ ਦਿਨ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇਹ ਚਿੱਠੀ ਲਿਖ ਕੇ ਭੇਜਦੀ ਹੈ ਕਿ ਦੇਸ਼ ਦੀ ਸਭ ਤੋਂ ਉੱਚ ਸਿੱਖ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਚੁਣਿੰਦਾ ਬੋਡੀ ਹੈ ਉਹਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਔਰ ਅਸੀਂ ਉਹਦੇ ਉਪਲਕਸ਼ ਦੇ ਵਿੱਚ ਤੁਹਾਨੂੰ ਸਾਡਾ ਡੈਲੀਗੇਸ਼ਨ ਜਲਦ ਤੋਂ ਜਲਦ ਮਿਲਣਾ ਚਾਹੁੰਦਾ ਔਰ ਇਸ ਗੱਲ ਨੂੰ ਸੁਨਿਸ਼ਚਿਤ ਕਰਾਵਾਂਗੇ ਕਿ ਇਹ ਭਾਈ ਰਾਜੋਆਣਾ ਦੀ ਜਿਹੜੀ ਫਾਂਸੀ ਦੀ ਸਜ਼ਾ ਹੈ ਉਹਨੂੰ ਅਸੀਂ ਲਾਈਫ ਇੰਪ੍ਰਿਜ਼ਨਮੈਂਟ ਵਿੱਚ ਬਦਲਵਾ ਸਕੀਏ, ਉਹਨਾਂ ਦੀ ਜਿਹੜੀ ਚੱਕੀ ਜਿਹਦੇ ਵਿੱਚ ਬੰਦ ਬੈਠੇ ਨੇ ਉਹਨੂੰ ਉੱਥੋਂ ਕੱਢ ਸਕੀਏ। ਇਹਦੇ ਵਾਸਤੇ ਆਉਂਦੇ ਹੀ ਸਭ ਤੋਂ ਪਹਿਲਾ ਕੰਮ ਦੇਸ਼ ਦੇ ਗ੍ਰਹਿ ਮੰਤਰੀ ਨੂੰ ਔਰ ਦੇਸ਼ ਦੇ ਰਾਸ਼ਟਰਪਤੀ ਨੂੰ ਅਸੀਂ ਇਹ ਚਿੱਠੀ ਲਿਖਤੀ ਹੈ ਔਰ ਨਾਲ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਕਿ ਜਿਹੜਾ ਤੁਸੀਂ ਭਰੋਸਾ ਰੱਖਿਆ ਇਹਦੇ ਵਿੱਚ ਸਮੇਂ ਦੀ ਤੁਸੀਂ ਭਾਵੇਂ ਪਾਬੰਦ। ਤਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਹਰਮੀਤ ਸਿੰਘ ਕਾਲਕਾ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ। ਹਰਮੀਤ ਜੀ, ਜਿਸ ਤਰੀਕੇ ਦੇ ਨਾਲ ਇੱਥੇ ਜ਼ਿਕਰ ਜਿਹੜਾ ਕੀਤਾ ਜਾ ਰਿਹਾ ਹੈ ਕਿ ਇੱਕ ਪਾਸੇ ਤਾਂ ਕੇਂਦਰ ਦੇ ਕੋਲ ਅਪੀਲ ਵੀ ਕਰ ਦਿੱਤੀ ਗਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ, ਕਿਉਂਕਿ ਚਿੱਠੀ ਲਿਖੀ ਗਈ ਹੈ, ਦੂਸਰੇ ਪਾਸੇ ਹੁਣ ਤੇਜ਼ੀ ਜਿਹੜੀ ਲਿਆਈ ਗਈ ਹੈ ਕਿ ਇਸ ਦਾ ਨਿਪਟਾਰਾ ਜਿਹੜਾ ਛੇਤੀ ਹੋ ਸਕੇ। ਕਾਲਕਾ ਸਾਹਿਬ, ਮੇਰੀ ਆਵਾਜ਼ ਤੁਹਾਡੇ तक पहुंच रही है? हेलो जी, हाँ जी, आ रही है आवाज? बिल्कुल थोड़ी आवाज़ पहुंच रही है। मैं जिक्र कर रही थी कि जिस तरीके ਦੇ ਨਾਲ ਹੁਣ ਨਿਪਟਾਰਾ ਜਿਹੜਾ ਹੈ ਇਹਨਾਂ ਮਸਲਿਆਂ ਦਾ ਛੇਤੀ ਹੋ ਸਕੇ, ਜਿਸ ਤਰੀਕੇ ਨਾਲ ਹੁਕਮ ਜਿਹੜੇ ਨੇ ਜਥੇਦਾਰ ਸਾਹਿਬ ਨੇ ਕੀਤੇ ਨੇ, ਤਾਂ ਕੀ ਅੱਗੇ ਕਾਰਵਾਈ ਜਿਹੜੀ ਹੈ ਇਸ ਨੂੰ ਲੈ ਕੇ ਕੀਤੀ ਜਾ ਰਹੀ ਹੈ? ਇੱਕ ਪਾਸੇ ਕੇਂਦਰ ਨੂੰ ਚਿੱਠੀ ਤਾਂ ਲਿਖੀ ਗਈ ਹੈ। देखो, सब तो पहला तो मैं जथेदार साहब का धन्यवाद करांगा कि उन्होंने ये दिल्ली कमेटी तो ते विश्वास रखा और ਜਿਹੜਾ ਕੰਮ ਪਿਛਲੇ ਕਈ ਸਾਲਾਂ ਤੋਂ ਜਿਹੜੀ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਲੱਗੀ ਹੋਈ ਸੀ ਉਹ ਨਹੀਂ ਕਰਾ ਸਕੀ, ਉਹਦੇ ਲਈ ਉਹਨਾਂ ਨੇ ਸਾਨੂੰ ਅਪਾਇੰਟ ਕੀਤਾ ਕਿ ਤੁਸੀਂ ਇਹ 15 ਦਿਨਾਂ ਦੇ ਵਿੱਚ ਇਹਦੇ ਉੱਤੇ ਕਾਰਵਾਈ ਕਰਾਓ ਜੀ। ਮੈਂ ਸਮਝਦਾ ਕਿ ਇੰਨੇ ਸਾਲਾਂ ਤੋਂ ਰੁਕੇ ਹੋਏ ਕੰਮ ਨੂੰ ਟਾਈਮ ਬਾਉਂਡ ਨਹੀਂ ਕਰਨਾ ਚਾਹੀਦਾ ਸੀ, ਮਗਰ ਅਸੀਂ ਆਪਣੀ ਜ਼ਿੰਮੇਵਾਰੀ ਦੇ ਨਾਲ ਦੇਸ਼ ਦੇ ਗ੍ਰਹਿ ਮੰਤਰੀ ਨੂੰ ਕੱਲ ਹੀ ਸਵੇਰੇ ਚਿੱਠੀ ਲਿਖਤੀ ਹੈ, ਦੇਸ਼ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖਤੀ ਹੈ ਔਰ ਉਹਨਾਂ ਕੋਲ ਸਮਾਂ ਮੰਗਿਆ ਮਿਲਣ ਦਾ, ਤਾਂ ਕਿ ਅਸੀਂ ਆ ਕੇ ਤੁਹਾਨੂੰ ਇਸ ਗੱਲ ਦੀ ਸੰਜੀਦਗੀ ਬਾਰੇ ਦੱਸ ਸਕੀਏ, ਕਿਉਂਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਪਰ
ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਨਾਉਂਸ ਵੀ ਕੀਤਾ ਸੀ ਕਿ ਭਾਈ ਰਾਜਵਾਨਾ ਦੀ ਜਿਹੜੀ ਫਾਂਸੀ ਦੀ ਸਜ਼ਾ ਹੈ ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਜਾਏ। ਜੀ ਤੋ ਇਹਨੂੰ ਅਸੀਂ ਬਿਲਕੁਲ ਸਰਕਾਰ ਦੇ ਨਾਲ ਗੱਲ ਕਰਕੇ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਮਗਰ ਮੈਂ ਸਮਝਦਾ ਕਿ ਇਹਦੇ ਉੱਤੇ ਕੋਈ ਸਿਆਸਤ ਨਾ ਕੀਤੀ ਜਾਏ ਜੀ ਕਿਉਂਕਿ ਪਹਿਲੇ ਜਦ ਸ਼੍ਰੋਮਣੀ ਕਮੇਟੀ ਨੂੰ ਜ਼ਿੰਮੇਵਾਰੀ ਲਾਈ ਸੀ ਤੇ ਸ਼੍ਰੋਮਣੀ ਕਮੇਟੀ ਨੇ 11 ਮੈਂਬਰੀ ਕਮੇਟੀ ਬਣਾਤੀ ਔਰ ਉਹਨਾਂ ਵਿੱਚ ਉਹ ਲੋਕ ਪਾਤੇ ਜਿਹੜੇ ਕਾਂਗਰਸ ਦੇ ਪਿੱਠੂ ਰਹੇ ਨੇ, ਸਾਰੀ ਉਮਰ ਕਾਂਗਰਸ ਦੇ ਲੋਕਾਂ ਨੂੰ ਇੱਥੇ ਬੁਲਾ ਕੇ ਦਿੱਲੀ ਦੇ ਵਿੱਚ ਸਤਿਕਾਰ ਦਿੰਦੇ ਰਹੇ ਤੇ ਇਹੋ ਜਿਹੇ ਲੋਕਾਂ ਨੂੰ ਆਪਾਂ ਅਗਰ ਬਾਹਰ ਰੱਖਾਂਗੇ ਤੇ ਮੈਂ ਸਮਝਦਾ ਕਿ ਇਹ ਕੰਮ ਜਿਹੜੇ ਕੌਮ ਦੇ ਨੇ ਜਲਦੀ ਨਿਪਟਣਗੇ। ਬਿਲਕੁਲ ਕਾਕਾ ਸਾਹਿਬ, ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਸ ਮਸਲੇ ਦੇ ਉੱਤੇ ਸਿਆਸਤ ਜਿਹੜੀ ਹੈ ਨਾ ਕੀਤੀ ਜਾਵੇ। ਇੱਕ ਹੋਰ ਪਰ ਤੁਸੀਂ ਜ਼ਿਕਰ ਕੀਤਾ ਕਿ 15 ਦਿਨ ਦਾ ਸਮਾਂ ਕਿਉਂਕਿ ਟਾਈਮ ਬਾਉਂਡ ਕੀਤਾ ਗਿਆ ਤਾਂ ਉਹਨੂੰ ਟਾਈਮ ਬਾਉਂਡ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਦੀ ਚਿੱਠੀ ਲਿਖੀ ਜਾਂਦੀ ਹੈ ਉਹ 20 ਦਿਨ ਦਾ ਸਮਾਂ ਦਿੰਦੇ ਨੇ ਕਿ ਉਸ ਤੋਂ ਬਾਅਦ ਉਹ ਭੁੱਖ ਹੜਤਾਲ ਤੇ ਬੈਠਣਗੇ। ਤਾਂ ਲੱਗਦਾ ਹੈ ਕਿ ਇਸੇ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ 15 ਦਿਨ ਦਾ ਹੀ ਸਮਾਂ ਦਿੱਤਾ ਹੈ, ਪਰ ਕੀ ਇਹ ਪੋਸੀਬਲ ਹੈ 15 ਦਿਨ ਦੇ ਵਿੱਚ? ਦੇਖੋ ਪੋਸੀਬਲ ਕਿਉਂ ਨਹੀਂ ਹੈ, ਪੋਸੀਬਲ ਹਰ ਚੀਜ਼ ਹੈਗੀ ਹੈ, ਬਟ ਮੈਂ ਇਹ ਨਹੀਂ ਕਹਿੰਦਾ। ਮਗਰ ਇਹ ਦੇਖੋ ਕਿ ਇਹ ਜਿਹੜਾ ਇੰਨੇ ਸਾਲਾਂ ਤੋਂ ਕੰਮ ਰੁਕਿਆ ਹੋਇਆ ਸੀ, ਜਿਸ ਵਕਤ 10 ਸਾਲ ਤੇ ਲਗਾਤਾਰ ਪੰਥ ਦੀ ਸਰਕਾਰ ਰਹੀ ਹੈ ਔਰ ਕੇਂਦਰ ਦੇ ਨਾਲ ਉਹਨਾਂ ਦੀ ਸਾਂਝ ਰਹੀ ਹੈ, ਉਹਨਾਂ ਨੇ ਉਸ ਵਕਤ ਮੁੱਦੇ ਨਹੀਂ ਚੁੱਕੇ। ਕਈ ਇਹੋ ਜਿਹੀਆਂ ਚਿੱਠੀਆਂ ਦਿੱਲੀ ਔਰ ਪੰਜਾਬ ਦੇ ਵਿੱਚ ਆਪਸ ਵਿੱਚ ਜਿਹੜੀਆਂ ਨੇ ਐਕਸਚੇਂਜ ਹੋਈਆਂ ਨੇ, ਜਿਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈਆਂ ਦੇ ਉੱਤੇ ਰੋਕ ਲਾਇਆ ਗਿਆ। ਤਾਂ ਇਹੋ ਜਿਹੇ ਕਈ ਮੁੱਦੇ ਜਿੱਥੇ ਅਸੀਂ ਆਪ ਕੌਮ ਨੂੰ ਕਮਜ਼ੋਰ ਕੀਤਾ तो ਉਹਨਾਂ ਕਰਕੇ ਇਹ ਕਿਤੇ ਨਾ ਕਿਤੇ ਪ੍ਰੋਬਲਮ ਆ ਸਕਦੀ ਹੈ, ਮਗਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ 15 ਦਿਨ ਤੋਂ ਵਿੱਚ ਹੀ ਕੰਮ ਕਰਾਈਏ। ਮਗਰ ਸਿੰਘ ਸਾਹਿਬ ਨੂੰ ਇਹ ਚੀਜ਼ ਧਿਆਨ ਰੱਖਣੀ ਚਾਹੀਦੀ ਸੀ ਕਿ ਸਾਨੂੰ ਭਾਈ ਰਾਜਵਾਨਾ ਜੀ ਨੇ ਅਗਰ ਉਹਨਾਂ ਨੂੰ ਟਾਈਮ ਦਿੱਤਾ, ਦਿੱਲੀ ਕਮੇਟੀ ਨੂੰ ਘੱਟ ਤੋਂ ਘੱਟ ਟਾਈਮ ਬਾਉਂਡ ਨਾ ਕਰਦੇ, ਮਗਰ ਅਗਰ ਉਹਨਾਂ ਨੇ ਕੀਤਾ ਅਸੀਂ ਉਹਨੂੰ ਵੀ ਖੜੇ ਮੱਥੇ ਲਵਾਂਗੇ ਔਰ ਉਹਨਾਂ ਦਾ ਹੁਕਮ ਸਿਰ ਪ੍ਰਵਾਨ ਕਰਕੇ ਇਹਦੇ ਉੱਤੇ ਕੰਮ ਕਰਾਂਗੇ। ਬਿਲਕੁਲ ਕਾਕਾ ਸਾਹਿਬ, ਤੁਸੀਂ ਜੁੜੇ ਰਹੋ ਸਾਡੇ ਨਾਲ ਕਿਉਂਕਿ ਐਸਜੀਪੀਸੀ ਤੋਂ ਗੁਰਚਰਨ ਸਿੰਘ ਗਰੇਵਾਲ ਵੀ ਸਾਡੇ ਨਾਲ ਜੁੜੇ ਹੋਏ ਨੇ। ਗਰੇਵਾਲ ਸਾਹਿਬ, ਜਿਸ ਤਰੀਕੇ ਨਾਲ ਇੱਥੇ ਜ਼ਿਕਰ ਕੀਤਾ ਗਿਆ, ਕਾਲਕਾ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਕਿ ਜਿਹੜੀ ਐਸਜੀਪੀਸੀ ਵੱਲੋਂ 11 ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ। ਦੇਖੋ ਜੀ, ਅੱਜ ਦਾ ਜਿਹੜਾ ਦਿਨ ਹੈ, ਸਿੰਘ ਸਾਹਿਬ ਨੇ ਜ਼ਿਕਰ ਕੀਤਾ ਕਿ ਤੁਸੀਂ ਸਿਆਸਤ ਤੋਂ, ਤੇ ਰਾਜਵਾਨਾ ਸਾਹਿਬ ਨੇ ਵੀ ਇਹ ਗੱਲ ਕਿਹਾ ਕਿ ਸਿਆਸਤ ਦੀ ਭੇਟ ਚੜਿਆ। ਮੈਂ ਅੱਜ ਮਿਹਣੇ ਮਾਰਨ ਲਈ ਤੇ ਤੱਥ ਸਬੂਤ ਇਕੱਠੇ ਕਰਕੇ ਬਹੁਤ ਵੱਡਾ ਬੁਲੰਦਾ ਜਿਹੜਾ ਅੱਜ ਤੁਹਾਡੀ ਇਸ ਬਹਿਸ ਦੇ ਵਿੱਚ ਆ ਸਕਦਾ ਹੈ, ਪਰ ਮੈਂ ਕਹਿੰਦਾ ਵੀ ਇਹ ਇੱਕ ਟਾਈਮ ਖਰਾਬ ਕਰਨ ਵਾਲੀ ਗੱਲ ਆ ਤੇ ਸਾਡੇ ਜਿਹੜੇ ਬੰਦੀ ਸਿੰਘ ਆ ਉਹਨਾਂ ਨਾਲ ਅਨਿਆਂ ਹੋਏਗਾ। ਉਹ ਕਮੇਟੀਆਂ ਕੀ ਬਣੀਆਂ, ਤਾਰਪੁੰਡ ਕਿਵੇਂ ਹੋਇਆ, ਉਹ ਵੱਖਰੀਆਂ ਗੱਲਾਂ ਨੇ, ਆਪਾਂ ਨਾ ਕਰੀਏ। ਤੇ ਮੈਂ ਤਾਂ ਇਹ ਗੱਲ ਕਰਦਾ ਕਿ ਜਿਹੜੀ ਗੱਲ ਮੰਨੀ ਆ ਆਪਣੇ ਕਾਲਕਾ ਸਾਹਿਬ ਨੇ, ਚੰਗੀ ਗੱਲ ਆ। ਇਹ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਨਹੀਂ ਕਰਾ ਸਕੀ, ਕਿਸੇ ਅਕਾਲੀ ਦਲ ਨਹੀਂ ਕਰਾ ਸਕਿਆ, ਅਸੀਂ ਨਹੀਂ ਉਸ ਗੱਲ ਦੇ ਸਮਰੱਥ ਹੋਵਾਂਗੇ। ਅਸੀਂ ਆਸ ਕਰਦੇ ਹਾਂ ਗੁਰੂ ਕਿਰਪਾ ਕਰਨ, ਅਸੀਂ ਤੁਹਾਨੂੰ ਮੂਹਰੇ ਲਾ ਕੇ, ਤਾਂ ਅਸੀਂ ਸੱਚੇ ਮਨ ਤੋਂ, ਕਿਉਂਕਿ ਇਹ ਮੁੱਦਾ ਕੋਈ ਸਿਆਸਤ ਦਾ ਮੁੱਦਾ ਨਹੀਂ ਹੈ, ਇਹ ਤਾਂ ਕੌਮ ਦਾ ਮੁੱਦਾ, ਅਸੀਂ ਤੁਹਾਨੂੰ ਅੱਗੇ ਲਾ ਕੇ ਚਾਹਾਂਗੇ ਕਿ ਇਸ ਮਾਮਲੇ ਵਿੱਚ ਆਪਾਂ ਸਾਰੇ ਇਕੱਠੇ ਹੋਈਏ, ਪਿਛਲੀਆਂ ਗੱਲਾਂ ਛੱਡੀਏ, ਕਿਉਂਕਿ ਉਹ ਮੁੱਦੇ ਸਾਡੇ ਆਪਸੀ ਨੇ, ਇਹ ਮੁੱਦਾ ਸਾਡਾ ਕੌਮੀ ਹੈ। ਸੋ ਇਸ ਤੇ ਕਿਸੇ ਵੀ ਤਰ੍ਹਾਂ ਦੀ ਨਾ ਸਿਆਸਤ ਕਰਦਿਆਂ ਹੋਇਆਂ ਮੈਂ ਅਪੀਲ ਕਰੂੰਗਾ ਕਿ ਜਿਸ ਮਾਣ ਤੇ ਸਤਿਕਾਰ ਨਾਲ ਕਾਲਕਾ ਜੀ ਨੇ ਇਸ ਸੱਦੇ ਨੂੰ ਪ੍ਰਵਾਨ ਕੀਤਾ, ਬੜੀ ਚੰਗੀ ਗੱਲ ਆ। ਹਰ ਸਿੱਖ ਜਿਹੜਾ ਅਕਾਲ ਤਖਤ ਨੂੰ ਸਮਰਪਿਤ ਆ ਤੇ ਅਕਾਲ ਤਖਤ ਸਾਹਿਬ ਨੇ ਵੀ ਸਾਰਿਆਂ ਨੂੰ ਇਕੱਠਿਆਂ ਹੋ ਕੇ ਗੱਲ ਕੀਤੀ ਹੈ, ਅਸੀਂ ਇਕੱਠੇ ਹੋ ਕੇ ਇਸ ਗੱਲ ਦੀ ਲੜਾਈ ਲੜੀਏ, ਬੰਦੀ ਸਿੰਘਾਂ ਨੂੰ ਰਿਆ ਕਰਾਈਏ। ਰਾਜਨੀਤੀ ਤੇ ਆਪਸੀ ਜਿਹੜੇ ਆ ਮਿਹਣੋ ਮਿਹਣਾ ਅਸੀਂ ਬਾਅਦ ਜਦੋਂ ਮਰਜ਼ੀ ਹੋ ਸਕਦੇ ਹਾਂ ਜੀ। ਬਿਲਕੁਲ ਗਰੇਵਾਲ ਸਾਹਿਬ, ਜਿਸ ਤਰੀਕੇ ਦੇ ਨਾਲ 11 ਸਾਲਾਂ ਤੋਂ ਇਹ ਜਿਹੜਾ ਮਾਮਲਾ ਹੈ, ਜਿਹੜੀ ਅਪੀਲ ਹੈ ਉਹ ਅਟਕੀ ਰਹੀ ਹੈ, 11 ਸਾਲਾਂ ਤੋਂ ਇਹਦੇ ਉੱਤੇ ਫੈਸਲਾ ਨਹੀਂ ਹੋਇਆ, ਸੁਪਰੀਮ ਕੋਰਟ ਦੇ ਵਿੱਚ ਵੀ ਜਾਂਦਾ ਹੈ, 3 ਸਾਲ ਉੱਥੇ ਮਸਲਾ ਜਿਹੜਾ ਹੈ ਚੱਲਦਾ ਹੈ ਸੁਪਰੀਮ ਕੋਰਟ ਦੇ ਵਿੱਚ, ਉਸ ਤੋਂ ਬਾਅਦ ਸੁਪਰੀਮ ਕੋਰਟ ਵੀ ਕਹਿ ਦਿੰਦਾ ਕਿ ਕੇਂਦਰ ਨਹੀਂ ਕਰਨਾ ਹੈ। ਤਾਂ 15 ਦਿਨਾਂ ਦਾ ਜਿਵੇਂ ਸਮਾਂ ਦਿੱਤਾ ਗਿਆ, ਹਾਲਾਂਕਿ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਦੀ ਕਿਹਾ ਗਿਆ ਸੀ ਕਿ 20 ਦਿਨ ਹੜਤਾਲ ਅੱਗੇ ਕਰ ਰਹੇ ਨੇ, ਨਹੀਂ ਤਾਂ ਅਪੀਲ ਵਾਪਸ ਲੈ ਲਈ ਜਾਵੇ। ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮੈਂ ਹਲੇ ਵੀ ਇਸੇ ਦੇ ਉੱਤੇ ਹੀ ਮੈਨੂੰ ਲੱਗਦਾ ਹੈ ਕਿ ਅਪੀਲ ਜਿਹੜੀ ਵਾਪਸ ਲੈ ਲੈਣੀ ਚਾਹੀਦੀ ਹੈ, ਕਿਉਂਕਿ ਫੈਸਲਾ ਕੇਂਦਰ ਦੇ ਵੱਲੋਂ ਨਹੀਂ ਕੀਤਾ ਜਾਣਾ। ਤਾਂ 15 ਦਿਨਾਂ ਦੇ ਵਿੱਚ ਉਮੀਦ ਹੈ ਕਿ ਫੈਸਲਾ ਕੀਤਾ ਜਾ ਸਕਦਾ ਹੈ, ਕਿਉਂਕਿ ਜਥੇਦਾਰ ਸਾਹਿਬ ਨੇ ਵੀ ਰਿਪੋਰਟ 15 ਦਿਨ ਦੇ ਵਿੱਚ ਮੰਗ ਲਈ ਹੈ। 15 ਦਿਨ ਛੱਡ ਕੇ 15 ਮਿੰਟਾਂ 'ਚ ਹੋ ਸਕਦਾ ਹੈ। ਬਿਨਾਂ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਆਰਡੀਨੈਂਸ ਜਾਰੀ ਕਰੇ, ਉਹ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਕਰੇ, ਤੇ ਉਹ ਤਾਂ ਬਹੁਤ ਵੱਡੀ ਗੱਲ ਆ, ਛੋਟੀ ਜੀ ਗੱਲ ਨਹੀਂ ਹੈ। ਇਸ ਤੋਂ ਮੁਕਰਨਾ ਵੀ ਬਹੁਤ ਦੇਸ਼ ਵਾਸਤੇ ਨਮੁਸ਼ੀ ਦੀ ਗੱਲ ਆ। ਪ੍ਰਧਾਨ ਮੰਤਰੀ ਆ ਸਾਡੇ ਦੇਸ਼ ਦਾ, ਤੇ ਬੜਾ ਸਨਮਾਨ ਹੈ, ਮਾਣ ਹੈ ਦੁਨੀਆ ਵਿੱਚ। ਅਸੀਂ ਆਪਣੇ ਆਪ ਨੂੰ ਵਿਸ਼ਵ ਗੁਰੂ ਸਮਝਦੇ ਫਿਰਦੇ ਹਾਂ, ਤੇ ਅਸੀਂ ਇੱਕ ਗੱਲ ਕਹਿ ਕੇ ਧਾਰਮਿਕ ਕਹਿੰਦੇ ਹੁੰਦੇ ਆ ਦਿਨ ਤੇ ਆ ਤੇ ਇਹ ਗੱਲ ਕਰੀਏ। ਮੈਂ ਕਿਹਾ 15 ਦਿਨ ਤਾਂ ਬਹੁਤ ਵੱਡੇ ਨੇ, 15 ਮਿੰਟਾਂ ਵਿੱਚ ਇਹ ਮਸਲਾ ਹੱਲ ਹੋ ਸਕਦਾ, ਮਨਸ਼ਾ ਸਹੀ ਹੋਣੀ ਚਾਹੀਦੀ। ਬਿਲਕੁਲ ਸਾਡੇ ਨਾਲ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਵੀ ਜੁੜ ਰਹੇ ਨੇ। ਕਮਲਦੀਪ ਕੌਰ ਜੀ, ਜਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਨੇ 15 ਦਿਨਾਂ ਦਾ ਸਮਾਂ ਦਿੱਤਾ ਹੈ ਤੇ 15 ਦਿਨਾਂ ਬਾਅਦ ਰਿਪੋਰਟ ਦੀ ਮੰਗ ਕੀਤੀ ਹੈ, ਇਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਬਿਲਕੁਲ ਜੀ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਆ, ਬਹੁਤ ਵੱਡੀ ਗੱਲ ਆ। ਤੇ ਹੁਣ ਇਹੀ ਚੀਜ਼ ਸਾਰੇ ਖਾਲਸਾ ਪੰਥ ਦੀਆਂ ਹੀ ਨਜ਼ਰਾਂ ਨੇ ਉੱਥੇ, ਸਾਨੂੰ ਤਾਂ ਬਹੁਤ ਜ਼ਿਆਦਾ ਇਸ ਚੀਜ਼ ਦਾ ਧਿਆਨ ਹੈ ਕਿ 15 ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਾਡੀਆਂ ਸੰਸਥਾਵਾਂ ਨੇ ਜਿਹੜਾ ਆਦੇਸ਼ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਕਮੇਟੀ ਨੂੰ, ਕਿ ਉਹ ਕਿੰਨੇ ਕੁ ਗੰਭੀਰ ਯਤਨ ਕਰਦੀਆਂ ਨੇ।
ਬਿਲਕੁਲ ਕੀ ਇਸ ਮਸਲੇ ਦਾ ਹੱਲ ਕਰ ਪਾਉਂਦੀਆਂ ਨੇ? ਜੀ ਕਿਉਂਕਿ 12 ਸਾਲ ਤੋਂ ਜਿਹੜੀ ਇਹ ਅਪੀਲ ਹੈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੇ ਪਾਈ ਗਈ ਹੈ, 12 ਸਾਲਾਂ 'ਚ ਇਸ ਅਪੀਲ ਤੇ ਕੋਈ ਫੈਸਲਾ ਨਹੀਂ ਕਰਵਾ ਸਕੀਆਂ ਸਾਡੀਆਂ ਸੰਸਥਾਵਾਂ ਦੇ ਆਗੂ, ਜੀ ਤੇ ਨਾ ਹੀ ਕੇਂਦਰ ਸਰਕਾਰ ਨੇ ਇਸ ਤੇ ਫੈਸਲਾ ਕੀਤਾਗਾ। ਤੁਸੀਂ ਇਹ ਦੇਖੋ ਕਿ ਜਿਹੜੀ ਅਪੀਲ ਤੇ 6 ਮਹੀਨੇ ਸਾਲ 'ਚ ਫੈਸਲਾ ਹੋ ਜਾਂਦਾਗਾ, ਉਸ ਅਪੀਲ ਤੇ 12 ਸਾਲ ਬਾਅਦ ਵੀ ਫੈਸਲਾ ਨਹੀਂ ਹੈਗਾ। ਜੀ ਇਸੇ ਲਈ ਵੀਰ ਜੀ ਨੇ ਸਿੰਘ ਸਾਹਿਬ ਜੀ ਨੂੰ ਇਹੀ ਅਪੀਲ ਕੀਤੀ ਸੀਗੀ ਕਿ ਸਿੰਘ ਸਾਹਿਬ ਜੀ ਇਸ ਅਪੀਲ ਨੂੰ ਵਾਪਸ ਲੈ ਲਿਆ ਜਾਵੇ, ਜਿਸ ਤੇ ਫੈਸਲਾ ਹੀ ਨਹੀਂ ਹੋਣਾ ਹੈਗਾ। ਬਿਲਕੁਲ ਕਮਲਦੀਪ ਕੌਰ ਜੀ, ਜਿਸ ਤਰੀਕੇ ਨਾਲ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ 12 ਸਾਲ ਤੋਂ ਹਾਲੇ ਤੱਕ ਫੈਸਲਾ ਜਿਹੜਾ ਇਸ ਦੇ ਉੱਤੇ ਨਹੀਂ ਹੋਇਆ, ਪਰ ਜਦੋਂ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਸ਼ਰਨ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਹੋਏ ਨੇ, ਕਹਿੰਦੇ ਮਿੰਟਾਂ ਦੇ ਵਿੱਚ ਫੈਸਲਾ ਹੋ ਸਕਦਾ ਹੈ, ਕਿਉਂਕਿ ਆਰਡੀਨੈਂਸ ਜਿਸ ਤਰੀਕੇ ਦੇ ਨਾਲ 550 ਸਾਲਾਂ ਦੇ ਉੱਤੇ ਜਾਰੀ ਕੀਤਾ ਗਿਆ ਸੀ, ਉਸ ਨੂੰ ਲੈ ਕੇ ਜਿਹੜਾ ਹੈ ਉਹ ਜ਼ਰੂਰ ਸਵਾਲ ਖੜੇ ਕਰ ਰਹੇ ਨੇ। ਉਹ ਕਹਿੰਦੇ ਜਾਰੀ ਕੀਤਾ ਜਾਂਦਾ ਪਰ ਉਸ ਤੋਂ ਬਾਅਦ ਕਾਰਵਾਈ ਨਹੀਂ ਹੁੰਦੀ। ਕਾਲਕਾ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। ਕਾਲਕਾ ਸਾਹਿਬ, ਲੱਗਦਾ ਹੈ ਕਿ ਇੱਕ ਵੱਡੀ ਚੁਣੌਤੀ ਵੀ ਇਹ 15 ਦਿਨਾਂ ਦੀ, ਕਿਉਂਕਿ ਤੁਸੀਂ ਇੱਕ ਪੱਤਰ ਲਿਖਿਆ, ਮਿਲਣ ਦਾ ਸਮਾਂ ਮੰਗਿਆ ਰਾਸ਼ਟਰਪਤੀ ਤੋਂ। ਜੇ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਤਾਂ ਅੱਗੇ ਕੀ ਕਾਰਵਾਈ ਰਹੇਗੀ? ਕਿਉਂਕਿ ਪਹਿਲਾਂ ਵੀ ਮਿਲਣ ਦਾ ਸਮਾਂ ਵੀ ਮੰਗਿਆ ਜਾਂਦਾ ਰਿਹਾ, ਪਰ ਉਸ ਦੇ ਬਾਵਜੂਦ ਵੀ ਨਾ ਤਾਂ ਸਮਾਂ ਦਿੱਤਾ ਜਾਂਦਾ ਹੈ ਮਿਲਣ ਦਾ। ਗਵਰਨਰ ਸਾਹਿਬ ਤੋਂ ਵੀ ਸਮਾਂ ਜਿਹੜਾ ਮੰਗਿਆ ਗਿਆ ਸੀ, ਗਵਰਨਰ ਸਾਹਿਬ ਤੱਕ ਨੇ ਸਮਾਂ ਜਿਹੜਾ ਨਹੀਂ ਦਿੱਤਾ ਮਿਲਣ ਵਾਸਤੇ। ਕੱਲ ਸਿੰਘ ਸਾਹਿਬ ਨੇ ਆਪ ਬੋਲੀਆਂ ਨੇ ਕਿ ਜੇ ਅਗਰ ਸਾਡੀ ਕੰਮ ਨਹੀਂ ਹੋਏਗਾ ਤੇ ਅਗਲੇ ਦੀ ਰਣਨੀਤੀ ਜੋ ਸਿੰਘ ਸਾਹਿਬ ਨੇ ਤੈਅ ਕਰਨੀ ਹੈ, ਕੌਮ ਉਹਨਾਂ ਦੇ ਨਾਲ ਪਿੱਛੇ ਚੱਲਣ ਨੂੰ ਤਿਆਰ ਹੈ, ਔਰ ਜੋ ਵੀ ਉਹ ਰਣਨੀਤੀ ਤੈਅ ਕਰਨਗੇ ਅਸੀਂ ਬਿਲਕੁਲ ਨਾਲ ਚੱਲਾਂਗੇ। ਮਗਰ ਜਿਹੜਾ ਕੰਮ ਸਾਨੂੰ ਕੱਲ ਦਿੱਤਾ ਹੈ, ਪਰਸੋਂ ਸ਼ਾਮ ਨੂੰ ਇਹ ਅਗਰ ਫੈਸਲਾ ਹੋਇਆ ਹੈ, ਕੱਲ ਸਾਡਾ ਦਫ਼ਤਰ ਖੁੱਲਦੇ ਹੀ ਸਭ ਤੋਂ ਪਹਿਲਾ ਕੰਮ ਅਸੀਂ ਉਹਨਾਂ ਕੋਲ ਸਮਾਂ ਮੰਗਿਆ। ਨਾ ਕਿ ਅੱਜ ਤੱਕ ਕਦੀ ਗਵਰਨਰ ਕੋਲ ਮੰਗਿਆ, ਨਾ ਕਦੀ ਗ੍ਰਹਿ ਮੰਤਰੀ ਕੋਲ ਇਸ ਮਾਮਲੇ ਦੇ ਵਿੱਚ ਮੰਗਿਆ, ਕਿਉਂਕਿ ਐਸਜੀਪੀਸੀ ਅੱਗੇ ਲੱਗੀ ਹੋਈ ਸੀ। ਔਰ ਐਸਜੀਪੀਸੀ ਦੇ ਜਨਰਲ ਸਕੱਤਰ ਰਹੇ ਨੇ ਗਰੇਵਾਲ ਸਾਹਿਬ ਨੇ ਬੜੀ ਅੱਜ ਫਿਰਾਕ ਦਿੱਲੀ ਨਾਲ ਔਰ ਬੜੇ ਅੱਛੇ ਖੁੱਲੇ ਦਿਲ ਨਾਲ ਗੱਲ ਕੀਤੀ ਹੈ ਕਿ ਦਿੱਲੀ ਕਮੇਟੀ ਅਗਰ ਅੱਗੇ ਲੱਗ ਕੇ ਕੰਮ ਕਰੇ ਤੇ ਅਸੀਂ ਬਿਲਕੁਲ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ। ਔਰ ਇਹ ਕੋਈ ਕਿਤਨਾ ਐਸਜੀਪੀਸੀ ਦਾ ਕੰਮ ਹੈ ਤੇ ਨਾ ਹੀ ਕੀ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਕੰਮ ਹੈ ਤੇ ਨਾ ਹੀ ਦਿੱਲੀ ਕਮੇਟੀ ਦਾ, ਕੌਮ ਦਾ ਸਾਂਝਾ ਕੰਮ ਹੈ। ਔਰ ਜਿੱਥੇ ਸਾਨੂੰ ਲੋੜ ਪਏਗੀ ਐਸਜੀਪੀਸੀ ਦੀ, ਗਰੇਵਾਲ ਸਾਹਿਬ ਦੀ, ਧਾਮੀ ਸਾਹਿਬ ਦੀ, ਭੈਣ ਜੀ ਉਹਨਾਂ ਦੀ, ਅਸੀਂ ਉਹਨਾਂ ਨੂੰ ਨਾਲ ਉਸੇ ਵਕਤ ਸੱਦਾ ਦੇਵਾਂਗੇ ਕਿ ਸਾਡੇ ਨਾਲ ਅੱਗੇ ਵਧੋ। ਸਾਨੂੰ ਕਾਰਵਾਈ ਅਸੀਂ ਸ਼ੁਰੂ ਕੀਤੀ ਹੈ। ਕੱਲ ਅਸੀਂ ਚਿੱਠੀ ਰਾਹੀਂ ਉਹਨਾਂ ਕੋਲ ਟਾਈਮ ਮੰਗਿਆ, ਮੇਲ ਰਾਹੀਂ, ਔਰ ਅੱਜ ਮੈਂ ਟੈਲੀਫੋਨ ਦੇ ਉੱਤੇ ਵੀ ਉਹਨਾਂ ਨਾਲ ਗੱਲ ਕੀਤੀ ਹੈ ਕਿ ਮੈਨੂੰ ਸਮਾਂ ਦਿੱਤਾ ਜਾਏ ਉਹਨਾਂ ਦੇ ਪੀਏ ਨਾਲ, ਕਿਉਂਕਿ ਇਲੈਕਸ਼ਨਾਂ ਦਾ ਮਾਹੌਲ ਚੱਲ ਰਿਹਾ ਔਰ ਉਹ ਦਿੱਲੀ 'ਚ ਹੈ ਨਹੀਂ, ਉਹ ਕਦੀ ਛੱਤੀਸਗੜ੍ਹ ਨੇ, ਮੱਧ ਪ੍ਰਦੇਸ਼ ਨੇ। ਜਿਸ ਤਰ੍ਹਾਂ ਹੀ ਉਹ ਦਿੱਲੀ ਲੈਂਡ ਕਰਨਗੇ ਸਾਨੂੰ ਸਮਾਂ ਜ਼ਰੂਰ ਮਿਲੇਗਾ ਔਰ ਅਸੀਂ ਗੱਲ ਕਰਨ ਤੋਂ ਬਾਅਦ ਫਿਰ ਅਗਲੀ ਰਣਨੀਤੀ ਜਾਂ ਅਗਲੀ ਗੱਲ ਕਰ ਸਕਾਂਗੇ ਕਿ ਵੀ ਉਹਨਾਂ ਨੇ ਸਾਨੂੰ ਕੀ ਜਵਾਬ ਦਿੱਤਾ ਹੈ, ਇਹਦੇ ਵਿੱਚ ਕੀ ਲਕੂਨੇ ਅੱਜ ਤੱਕ ਰਹੇ ਨੇ, ਜਿਹੜੀ ਐਸਜੀਪੀਸੀ ਕਿਉਂ ਨਹੀਂ ਕਰਾ ਸਕੀ, ਸ਼੍ਰੋਮਣੀ ਅਕਾਲੀ ਦਲ ਭਾਈਵਾਲ ਹੋਣ ਦੇ ਬਾਵਜੂਦ ਵੀ ਨਹੀਂ ਕਰਾ ਸਕੀਆਂ। ਇਹ ਗੱਲਾਂ ਮੈਂ ਉਸ ਤੋਂ ਬਾਅਦ ਕਹਿ ਸਕਦਾ, ਇਸ ਤੋਂ ਪਹਿਲੇ ਮੇਰਾ ਕਹਿਣਾ ਜਾਇਜ਼ ਨਹੀਂ ਰਹੇਗਾ ਕਿਸੇ ਦੇ ਉੱਤੇ ਦੋਸ਼ ਵਿਦੋਸ਼ ਦੀ ਗੱਲ ਕਰਨੀ। ਬਿਲਕੁਲ ਕਮਲਦੀਪ ਕੌਰ ਜੀ, ਤੁਸੀਂ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਕਿ ਇਹੀ ਜਿਹੜੀਆਂ ਕੋਸ਼ਿਸ਼ਾਂ ਹੁਣ ਕੀਤੀਆਂ ਜਾ ਰਹੀਆਂ ਨੇ, ਉਹੀ ਕੋਸ਼ਿਸ਼ਾਂ ਤੁਸੀਂ ਚਾਹੁੰਦੇ ਸੀ ਵੀ ਪਹਿਲਾਂ ਹੁੰਦੀਆਂ? ਅਸੀਂ ਅੱਜ ਤੋਂ ਸ਼ੁਰੂ ਕਰਾਂਗੇ। ਬਿਲਕੁਲ ਜੀ, ਪਹਿਲਾਂ ਵੀ ਸਭ ਤੋਂ ਮੇਨ ਚੀਜ਼ ਇਹੀ ਚੀਜ਼ ਆ ਕਿ ਵੀਰ ਜੀ ਨੇ ਜਿਹੜਾ ਇਹਦੇ ਚ ਕਿਹਾ ਕਿ ਮੈਂ ਬਹੁਤ ਸੋਚ ਵਿਚਾਰ ਤੋਂ ਬਾਅਦ ਇਹ ਫੈਸਲਾ ਲਿਆ। ਉਹਦੇ ਸੋਚ ਵਿਚਾਰ ਦਾ ਇਹੀ ਸੀਗਾ ਕਿ 12 ਸਾਲਾਂ ਦੇ ਵਿੱਚ ਜਦੋਂ ਵੀਰ ਜੀ ਨੇ ਭੁੱਖ ਹੜਤਾਲ ਰੱਖੀ ਸੀਗੀ, ਉਦੋਂ ਥੋੜੀ ਜਿਹੀ ਸਰਗਰਮੀ ਹੁੰਦੀ ਸੀ, ਉਸ ਤੋਂ ਬਾਅਦ ਫਿਰ ਚੁੱਪ ਹੋ ਜਾਂਦੇ ਸੀਗੇ। ਮਤਲਬ ਜਦੋਂ ਵੀ ਭੁੱਖ ਹੜਤਾਲ ਵੀਰ ਜੀ ਰੱਖਦੇ ਸੀਗੇ, ਜਿਵੇਂ 2016 ਦੇ ਵਿੱਚ ਰੱਖੀ, ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਜੀ ਸੀ, 7 ਮੈਂਬਰੀ ਕਮੇਟੀ ਬਣੀ, ਲਿਖਤੀ ਭਰੋਸਾ ਵੀ ਦਿੱਤਾ ਪਰ ਕੁਝ ਨਹੀਂ ਹੋਇਆ। ਫਿਰ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਜੀ ਸੀਗੇ, ਭੁੱਖ ਹੜਤਾਲ ਰੱਖੀ 2018 ਦੇ ਵਿੱਚ, ਭਰੋਸਾ ਦਿੱਤਾ ਲਿਖਤੀ, ਕੁਝ ਵੀ ਨਹੀਂ ਹੋਇਆ। ਤੁਸੀਂ ਇਹ ਦੇਖੋ ਕਿ ਕਿੰਨੀ ਵੱਡੀ ਬੇਇਨਸਾਫੀ ਆ। 17 ਸਾਲ ਵੀਰ ਜੀ ਨੂੰ ਫਾਂਸੀ ਚੱਕੀ 'ਚ ਤਿਲ ਕਰਕੇ ਇੱਕ ਸਜ਼ਾ ਦੇਣੀ ਕੇਂਦਰ ਸਰਕਾਰ ਵੱਲੋਂ, ਤਿਲ ਕਰਕੇ ਮਰਨਾ, ਤੇ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਐਡੀ ਵੱਡੀ ਬੇਇਨਸਾਫੀ ਦੇ ਖਿਲਾਫ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਸੀ। ਮੈਂ ਪਿਛਲੇ ਦਿਨਾਂ 'ਚ ਪੋਸਟ ਵੀ ਪਾਈ, ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕੀਤੀ, 5 ਤਖਤਾਂ ਦੇ ਸਿੰਘ ਸਾਹਿਬਾਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਤੁਸੀਂ ਇਸ, ਤੇ ਦਿੱਲੀ ਕਮੇਟੀ ਨੂੰ ਵੀ ਬੇਨਤੀ ਕੀਤੀ ਸੀਗੀ, ਇਹਨਾਂ ਨੂੰ ਫੋਨ ਵੀ ਕੀਤੇ ਸੀਗੇ ਕਿ ਤੁਸੀਂ ਇਹ ਤਾਂ ਕਹੋ ਕਿ 29ਵਾਂ ਸਾਲ ਜੇਲ੍ਹ 'ਚ 22 ਦਸੰਬਰ 1995 ਦੀ ਗ੍ਰਿਫਤਾਰੀ ਹੈ ਵੀਰ ਜੀ ਦੀ, 29ਵਾਂ ਸਾਲ ਜੇਲ੍ਹ 'ਚ ਸ਼ੁਰੂ ਹੋਣ ਵਾਲਾ, ਕਿ ਤੁਸੀਂ ਬੋਲੋ ਤਾਂ ਸਹੀ ਇਸ ਬੇਇਨਸਾਫੀ ਦੇ ਖਿਲਾਫ, ਤੁਸੀਂ ਕਹੋ ਤਾਂ ਸਹੀ ਕਿ ਬੇਇਨਸਾਫੀ ਆ। ਕਿਸੇ ਨੂੰ, ਸਾਡਾ ਸਿੱਖਾਂ ਦਾ ਕੋਈ ਵੀ ਕਾਤਲ ਅਜਿਹਾ ਨਹੀਂ ਹੈਗਾ ਜਿਹੜਾ 17 ਸਾਲਾਂ ਤੋਂ ਫਾਂਸੀ ਚੱਕੀ 'ਚ ਬੈਠਾ ਆਪਣੇ ਫੈਸਲੇ ਦੀ ਉਡੀਕ ਕਰ ਰਿਹਾ ਹੋਵੇ, ਤੇ ਇੱਥੇ ਤਾਂ ਫੈਸਲੇ ਹੋਣ ਦੀ ਉਮੀਦ ਵੀ ਨਹੀਂ ਹੈਗੀ। ਬਿਲਕੁਲ। ਕਾਲਕਾ ਸਾਹਿਬ ਕਹਿੰਦੇ ਵੀ ਤੁਹਾਨੂੰ ਵੀ ਫੋਨ ਕੀਤੇ ਸੀਗੇ ਉਸ ਟਾਈਮ ਦੇ ਉੱਤੇ, ਦਿੱਲੀ ਕਮੇਟੀ ਨੂੰ ਵੀ ਫੋਨ ਕੀਤੇ ਸੀ, ਕਹਿੰਦੇ ਕਿ ਉਸ ਟਾਈਮ ਦੇ ਉੱਤੇ ਵੀ ਜਿਹੜਾ ਹੈ ਕੁਝ ਨਹੀਂ ਬੋਲਿਆ ਗਿਆ ਕਿ 29ਵਾਂ ਸਾਲ ਜਿਹੜਾ ਸ਼ੁਰੂ ਹੋ ਗਿਆ। ਹਾਲਾਂਕਿ ਇੱਕ ਇਹ ਵੀ ਜ਼ਿਕਰ ਉਹਨਾਂ ਨੇ ਕੀਤਾ ਕਿ ਜਦੋਂ ਭੁੱਖ ਹੜਤਾਲ ਦੀ ਗੱਲ ਹੁੰਦੀ ਹੈ ਤਾਂ ਉਦੋਂ ਥੋੜੀ ਸਰਗਰਮੀ ਦੇਖਣ ਨੂੰ ਮਿਲਦੀ ਹੈ, ਤੇ ਹੁਣ ਵੀ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਦੀ ਜਿਹੜਾ ਹੈ ਭੁੱਖ ਹੜਤਾਲ ਦੀ ਗੱਲ ਕਹੀ ਗਈ ਹੈ, ਤਾਂ ਹੀ ਇਹ ਸਰਗਰਮੀਆਂ ਦੇਖਣ ਨੂੰ ਮਿਲ ਰਹੀਆਂ ਨੇ। ਦੇਖੋ ਭੈਣ ਜੀ, ਮੈਂ ਗੱਲ ਬਿਲਕੁਲ ਇਸ ਗੱਲ ਨੂੰ ਐਕਸੈਪਟ ਕਰਦਾ ਕਿ ਮੇਰੇ ਨਾਲ ਭੈਣ ਜੀ ਉਹਨਾਂ ਨੇ ਪਿਛਲੇ ਮਹੀਨੇ, 1.5 ਮਹੀਨੇ 'ਚ 1-2 ਵਾਰ ਮੇਰੇ ਨਾਲ ਗੱਲ ਵੀ ਹੋਈ ਹੈ, ਔਰ 2-3 ਇਹਨਾਂ ਦੇ ਫੋਨ ਆਏ ਵੀ ਨੇ ਜਿਹੜੇ ਮੈਂ ਅਟੈਂਡ ਨਹੀਂ ਕਰ ਪਾਇਆ। ਮੈਂ ਕਿਸ ਚੀਜ਼ ਤੋਂ ਮੁਨਕਰ ਨਹੀਂ ਹੁੰਦਾ, ਔਰ ਨਾਲੋਂ ਨਾਲ ਅਸੀਂ ਇਸ ਗੱਲ ਬਾਰੇ ਗੱਲ ਵੀ ਉੱਥੇ ਸ਼ੁਰੂ ਕੀਤੀ। ਮਗਰ ਸਾਡੀ ਪ੍ਰੋਬਲਮ ਇਹ ਵੇ
ਕਿ ਜਿਸ ਵਕਤ ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਅਗਰ ਕੋਈ ਕੰਮ ਕਰ ਰਹੀ ਹੋਵੇ ਔਰ ਅਸੀਂ ਉਸ ਕੇਸ ਨੂੰ ਫੜੀਏ ਤੇ ਇਹਦੇ ਵਿੱਚ ਸਾਨੂੰ ਪ੍ਰੋਬਲਮ ਆਏ ਪੋਲੀਟੀਕਲ ਇਹਦੇ ਤੇ ਸ਼ੇਪ ਦਿੱਤੀ ਜਾਂਦੀ ਹੈ। 11 ਮੈਂਬਰੀ ਕਮੇਟੀ ਜਥੇਦਾਰ ਅਕਾਲ ਤਖਤ ਸਾਹਿਬ ਨੇ ਬਣਾਈ ਹੈ, ਜ਼ਿੰਮੇਵਾਰੀ ਉਹਦੀ ਲਾਈ ਸੀ। ਅਸੀਂ ਉਹਦੇ ਵਿੱਚ ਆ ਕੇ ਆਬਜੈਕਸ਼ਨ ਕੀਤੀ ਕਿ ਬਈ ਤੁਸੀਂ ਇਹ ਸਰਨਾ ਸਾਹਿਬ ਵਰਗੇ ਬੰਦਿਆਂ ਨੂੰ ਇਹਦੇ ਵਿੱਚ ਪਾਇਆ ਹੈ ਜਿਹੜੇ ਆਪ 84 ਦੇ ਕਾਤਲਾਂ ਦੀ ਸਪੋਰਟ ਕਰਦੇ ਰਹੇ ਨੇ ਤੇ ਉਸ ਤੋਂ ਬਾਵਜੂਦ ਵੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਸੋ ਇਸ ਕਰਕੇ ਕਈ ਜਗ੍ਹਾ ਦੇ ਉੱਤੇ ਜਿੱਥੇ ਰਾਜਨੀਤਿਕ ਸ਼ੇਪ ਲੈ ਲਈ ਜਾਂਦੀ ਹੈ ਸਾਨੂੰ ਲੋਕਾਂ ਨੂੰ ਉੱਥੇ ਥੋੜਾ ਆਪਣੇ ਆਪ ਨੂੰ ਬੈਕਫੁੱਟ ਕਰਨਾ ਪੈਂਦਾ ਹੈ। ਮਗਰ ਅੱਜ ਜਥੇਦਾਰ ਸਾਹਿਬ ਨੇ ਸਾਨੂੰ ਜ਼ਿੰਮੇਵਾਰੀ ਲਾਈ ਹੈ, ਸਾਨੂੰ ਚਿੱਠੀ ਦੇ ਰਾਹੀਂ ਵੀ ਭੇਜਿਆ ਔਰ ਸੰਦੇਸ਼ ਜਿਹੜਾ ਉੱਥੋਂ ਦਿੱਤਾ ਬੰਦੀ ਸਿੰਘ ਬੰਦੀ ਛੋੜ ਦਿਵਸ ਵਾਲੇ ਦਿਨ। ਅਸੀਂ ਬਿਲਕੁਲ ਇਹਦੇ ਉੱਤੇ ਕੰਮ ਕਰਾਂਗੇ ਔਰ ਅਸ਼ੋਰ ਕਰਾਂਗੇ ਕਿ ਇਹਦੇ ਉੱਤੇ ਇਸ ਕੰਮ ਨੂੰ ਜਲਦ ਤੋਂ ਜਲਦ ਅੱਗੇ ਸਿਰੇ ਚੜਾਇਆ ਜਾਏ। ਔਰ ਭਾਈ ਸਾਹਿਬ ਉਹਨਾਂ ਨੂੰ ਜਾ ਕੇ ਮੈਂ ਭੈਣ ਜੀ ਉਹਨਾਂ ਨੂੰ ਵੀ ਕਹਾਂਗਾ ਕਿ ਸਾਡੀ ਅਗਰ ਮੁਲਾਕਾਤ ਵੀ ਕਰਵਾ ਸਕਦੇ ਹੋਣ ਤੇ ਮੈਨੂੰ ਵੀ ਮੈਂ ਉੱਥੇ ਆਪ ਜਾ ਕੇ ਮਿਲ ਕੇ ਵੀ ਉਹਨਾਂ ਨੂੰ ਅਸ਼ੋਰ ਕਰਾ ਕੇ ਆਵਾਂਗਾ। ਇਸ ਬਾਰੇ ਵੀ ਮੈਂ ਜ਼ਰੂਰ ਅੱਗੇ ਵਧ ਕੇ ਇਹ ਕੰਮ ਕਰਾਂਗਾ। ਬਿਲਕੁਲ ਠੀਕ ਹੈ ਕਾਲਕਾ ਸਾਹਿਬ, ਧੰਨਵਾਦ ਤੁਸੀਂ ਜੁੜੇ ਸਾਡੇ ਨਾਲ। ਕਮਲਦੀਪ ਕੌਰ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਜੁੜੇ ਸਾਡੇ ਨਾਲ। ਤਾਂ ਇੱਥੇ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਖੁਦ ਵੀ ਅਸ਼ੋਰ ਜਿਹੜਾ ਹੈ ਉਹ ਕਰਾਉਣਗੇ ਜੇਕਰ ਉਹਨਾਂ ਨੂੰ ਮਿਲਣ ਦਾ ਸਮਾਂ ਜਿਹੜਾ ਹੈ ਬਲਵੰਤ ਸਿੰਘ ਰਾਜੋਆਣਾ ਸਾਹਿਬ ਦੇ ਨਾਲ ਮਿਲਦਾ ਹੈ ਤਾਂ ਉਹ ਕਹਿ ਰਹੇ ਨੇ ਕਿ ਉੱਥੇ ਜਾ ਕੇ ਵੀ ਅਸ਼ੋਰ ਕਰਾਉਣਗੇ ਕਿ ਇਸ ਮਸਲੇ ਦਾ ਹੱਲ ਜਿਹੜਾ ਜ਼ਰੂਰ ਕੀਤਾ ਜਾਵੇਗਾ। ਤਾਂ 15 ਦਿਨਾਂ ਦੇ ਸਮੇਂ ਦੇ ਵਿੱਚ ਪਰ ਇਹ ਹੱਲ ਕਿਵੇਂ ਹੋਵੇਗਾ ਇਹ ਵੀ ਦੇਖਣਾ ਹੋਵੇਗਾ।